ਅੱਛਾ ਭਾਈ ਜਾਨਾਂ ਦੀ ਹਕੀਕਤ ਦੱਸੀ ਜੇ ਕਿ ਤੁਸੀਂ ਸਊਦੀਆ ਵੀ ਚੱਕਰ ਲਾਏ ਹੋ ਤੇ ਵਾਕਈ ਤੁਸੀਂ ਆਪਣੇ ਕੰਮ ਤੋਂ ਮੁਤਮਿਨ ਹੋ? ਬਿਲਕੁਲ ਮੁਤਮਿਨ ਤੇ ਜਨਾਬ। ਮਾਸ਼ਾਅੱਲਾ ਕੀ ਪ੍ਰੋਗਰੈਸ ਰਹੀ ਹੈ ਤੁਹਾਡੀ ਇਹਨਾਂ ਤੋਂ? ਕੀ ਤੁਸੀਂ ਹਾਸਲ ਕਰ ਚੁੱਕੇ ਹੋ? ਇਹ ਵੇਖ ਲਓ ਵੀ ਇਹ ਮਕਾਨ ਸ਼ਕਾਨ ਹੈ, ਸਭ ਕੁਝ ਇਹਨਾਂ ਤੇ ਬਣਾਇਆ ਹੈ। ਡੇਰਾ ਸ਼ੇਰਾ ਮਕਾਨ ਮਾਸ਼ਾਅੱਲਾ ਸਭ ਕੁਝ ਇਹਨਾਂ ਤੇ ਬਣਾਇਆ ਹੈ। ਠੀਕ ਹੈ। ਉਹ ਜਿਨ੍ਹਾਂ ਨੂੰ ਘਾਟਾ ਪੈ ਜਾਂਦਾ ਉਹ ਤੇ ਸਾਂਭੇ ਜਾਂਦੇ ਨਹੀਂ, ਨਾ ਸਾਂਭ ਸਕਦੇ ਨੇ। ਠੀਕ ਹੈ। ਤੇ ਜਿਹੜਾ ਨੁਕਸਾਨ ਹੋਣਾ ਹੈ ਉਹ ਤੇ ਕੁਦਰਤ ਨੂੰ, ਕੋਈ ਵੀ ਕੰਮ ਹੈ ਉਹਦੇ ਚ ਨੁਕਸਾਨ ਪਹਿਲਾਂ ਤੇ ਨਫਾ ਬਾਅਦ ਚ। ਠੀਕ ਹੈ। ਠੀਕ ਹੈ। ਇਹ ਨਫਾ ਨੁਕਸਾਨ ਮੇਰੇ ਅੱਲਾ ਕੋਲੇ, ਅਸੀਂ ਤੇ ਨੇਕ ਨੀਅਤ ਨਾਲ ਇਹਨਾਂ ਨੂੰ ਸਾਂਭਨੇ ਆ, ਦਿਨ ਰਾਤ ਸੇਵਾ ਇਹਨਾਂ ਦੀ ਕਰਨੇ ਆ। ਸਾਨੂੰ ਇਹ ਕਾਲਿਆਂ ਚਮਾਂ 'ਚ ਰੋਟੀ ਪਈ ਲੱਭਦੀ। ਸਹੀ ਹੈ ਜੀ। ਔਰ ਜਿਹੜੇ ਨੁਕਤਾ ਉਠਾਉਂਦੇ ਨੇ ਜੀ ਇਹਦੇ ਵਿੱਚ ਜਿਹੜਾ ਨਾ ਬੰਦੇ ਨੂੰ ਆਪਣਾ ਭਰਨਾ ਪੈਂਦਾ ਹੈ, ਉਹਨੂੰ ਕੀ ਜਵਾਬ ਦੇਵੋਗੇ? ਸਰ ਵੇਖੋ ਹੁਣ ਹੋ ਜਾਂਦਾ, ਭਰਿਆ ਤੇ ਬੰਦਾ ਜਾਂਦਾ ਹੀ ਏ। ਤੇ ਇਹ ਹੁਣ ਕਾਰੋਬਾਰ ਹੈ, ਕੀ ਬੰਦਾ ਆਖੇ ਵੀ ਮੈਂ ਡੰਗਰ ਵੀ ਰੱਖਾਂ ਤੇ ਚਿੱਟਾ ਸੂਟ ਪਾ ਕੇ ਕੀ ਬਾਤ, ਜ਼ਬਰਦਸਤ। ਤੇ ਫਿਰ ਉਹ ਤੇ ਨਹੀਂ ਨਾ ਕੰਮ ਹੈ। ਯਾਨੀ ਕਿ ਮਿਹਨਤ ਵਿੱਚ ਕੋਈ ਮਿਹਣਾ ਨਹੀਂ। ਜਿਹੜਾ ਨਹੀਂ ਉਹ ਵੀ ਧਿਆਨ ਨਾਲ ਲੋਕੀ ਜਿਹੜੇ ਕਹਿੰਦੇ ਗਟਰ ਸਾਫ਼ ਲੈਟਰੀ ਨਾ ਕਰਦੇ ਨੇ, ਉਹ ਵੀ ਤੇ ਹੈ ਨਾ, ਮਿਹਨਤ ਕਰਦੇ ਨੇ। ਅਸੀਂ ਜਨਾਬ ਆਪੀ ਰੋਟੀ ਹੋ ਸਕਦਾ ਬਾਅਦ ਚ ਹੀ ਖਾਈਏ, ਪਹਿਲਾਂ ਇਹਨਾਂ ਨੂੰ ਪੱਠੇ ਪਾਉਣੇ ਨੇ, ਪਾਣੀ ਛਾਣੀ ਡਾਹਣਾ ਹੈ ਤੇ ਫਿਰ ਆਪੀ ਰੋਟੀ ਖਾਣੀ ਹੈ। ਜੇ ਸਾਡੇ ਕੋਲ ਡੰਗਰ ਭੁੱਖੇ ਰਹਿ ਜਾਣੇ ਨੇ ਨਾ, ਸਾਨੂੰ ਰੋਟੀ ਨਹੀਂ ਲੰਘਣੀ। ਕੀ ਬਾਤ। अस्सलाम वालेकुम। ਵਾਲੇਕੁਮ ਅਸਲਾਮ। ਭਾਈਜਾਨ ਕੀ ਨਾਂ ਹੈ ਤੁਹਾਡਾ? ਮੁਹੰਮਦ ਨਵਾਜ਼। ਮੁਹੰਮਦ ਨਵਾਜ਼ ਸਾਹਿਬ ਕਿਹੜੀ ਜਗ੍ਹਾ ਵੇ, ਕਿਹੜਾ ਪਿੰਡ ਹੈ? ਸੈਦੇ ਵਾਲੀ ਹੈ ਜਨਾਬ। ਅੱਛਾ, ਸਈਦੇ ਵਾਲੀ ਜੀ। ਅੱਛਾ ਭਾਈਜਾਨ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ ਦਾ ਕੰਮ ਕਰਦੇ ਆ? ਤਕਰੀਬਨ ਹੋ ਗਏ ਨੇ ਮੈਨੂੰ 20 ਸਾਲ। ਮਾਸ਼ਾਅੱਲਾ 20 ਸਾਲ ਤੋਂ ਤੁਸੀਂ ਯਾਨੀ ਸ਼ੁਰੂ ਤੋਂ ਇਹੀ ਕੰਮ ਕੀਤਾ? ਜੀ ਜੀ। ਕੀ ਗੱਲ ਹੈ ਤੁਸੀਂ ਹੋਰ ਕੋਈ ਕੰਮ ਨਹੀਂ ਕੀਤਾ? ਹੋਰ ਬਸ ਇਹ ਸਾਡਾ ਜ਼ਿਮੀਂਦਾਰਾ ਕੰਮ ਹੈ। ਅੱਛਾ। ਤੇ ਪਹਿਲੇ ਸਿਆਲਕੋਟ ਮੈਂ ਕੰਮ ਸ਼ਮ ਕਰਦਾ ਸੀ ਸਰਜੀਕਲ ਦਾ। ਅੱਛਾ। ਤੇ ਉਹ ਨਹੀਂ ਸਮਝ ਆਇਆ, ਬਾਅਦ ਚ ਫਿਰ ਮੱਝਾਂ ਲੈ ਲਈਆਂ ਹਨ। ਤੁਸੀਂ ਸਰਜੀਕਲ ਦੇ ਵੀ ਕਾਰੀਗਰ ਹੋ? ਜੀ ਜੀ। ਇਹ ਜ਼ਰਾ ਗੱਲ ਕਲੀਅਰ ਕਰਨੀ ਜੇ ਕਿ ਸਰਜੀਕਲ ਦੇ ਕੰਮ ਨਾਲੋਂ ਇਹ ਕੰਮ ਤੁਹਾਨੂੰ ਕਿਉਂ ਬਿਹਤਰ ਲੱਗਾ ਔਰ ਤੁਸੀਂ ਮੁਤਮਿਨ ਹੋ? ਜੀ ਬਿਲਕੁਲ। ਪਹਿਲਾਂ 2 ਮੱਝਾਂ ਲਈਆਂ ਸਨ। ਅੱਛਾ। ਉਹ ਆਪਣਾ ਵਧਾਉਂਦਿਆਂ ਫਿਰ ਹੁਣ 7-8 ਕਰ ਲਈਆਂ ਨੇ। ਤੇ ਉਹਦੇ ਨਾਲ ਤੁਹਾਨੂੰ ਜ਼ਿਆਦਾ ਇਨਕਮ ਹੁੰਦੀ ਹੈ ਉਹਦੇ ਇੱਥੇ? ਨਾਲ ਠੀਕ ਹੈ, ਬਿਲਕੁਲ ਠੀਕ ਹੈ। ਤੁਸੀਂ ਹੁਣ ਮੁਤਮਿਨ ਹੋ? ਜੀ ਬਿਲਕੁਲ ਠੀਕ ਹੈ। ਤੇ ਮਾਸ਼ਾਅੱਲਾ ਤੁਸੀਂ ਕਿੰਨੇ ਅਰਸੇ ਪਹਿਲੇ ਜਿਹੜਾ ਵੇ ਉਹ ਮੱਝਾਂ ਜਿਹੜੀਆਂ ਨੇ ਰੱਖੀਆਂ, ਯਾਨੀ ਕਦੋਂ ਸਰਜੀਕਲ ਦਾ ਕੰਮ ਛੱਡਿਆ? ਇਹ ਕੰਮ ਛੱਡਿਆ ਤਕਰੀਬਨ 2007-8 ਦੇ ਵਿੱਚ ਛੱਡਿਆ। ਠੀਕ ਹੈ। ਜੀ। ਯਾਨੀ ਇਹ ਤਕਰੀਬਨ ਤੁਹਾਨੂੰ ਕੋ 12 ਕੁ ਸਾਲ ਹੋ ਗਏ ਨੇ? ਜੀ ਤੇ ਜੀ। ਉਸ ਤੋਂ ਪਹਿਲੇ ਸਰਜੀਕਲ ਦਾ ਕੰਮ ਕਰਦੇ ਵੀ ਨਾਲ ਤੁਸੀਂ ਡੰਗਰ ਰੱਖੇ ਸਨ? ਜੀ ਜੀ ਰੱਖੇ। ਠੀਕ ਹੋ ਗਿਆ, ਇਸ ਵਾਸਤੇ 20 ਸਾਲ ਬਣਦੇ ਨੇ। ਜੀ। ਅੱਛਾ ਨਵਾਜ਼ ਸਾਹਿਬ ਤੁਸੀਂ ਸੱਚੀਆਂ ਤੇ ਖਰੀਆਂ ਗੱਲਾਂ ਕਰਨੀਆਂ ਨੇ ਜੀ। ਕਿ ਤੁਸੀਂ ਦੱਸਿਆ ਕਿ ਮੈਂ ਸਰਜੀਕਲ ਦੇ ਕੰਮ ਨੂੰ ਛੱਡ ਕੇ ਤੇ ਇਹ ਕੰਮ ਅਪਣਾਇਆ ਔਰ ਇਹਦੇ 'ਚ ਤੁਹਾਨੂੰ ਜ਼ਿਆਦਾ ਮਜ਼ਾ ਆਇਆ। ਜੀ ਜੀ। ਹੁਣ ਤੁਸੀਂ ਇਹ ਦੱਸਣਾ ਹੈ ਕਿ ਤੁਹਾਡੇ ਕੋਲ ਮਾਸ਼ਾਅੱਲਾ ਕਿੰਨੇ ਡੰਗਰ ਨੇ ਇਸ ਟਾਈਮ? ਇਸ ਟਾਈਮ ਮੈਂ 6 ਮੱਝਾਂ ਨੇ, ਇੱਕ ਕੱਟੀ ਹੈ। ਠੀਕ ਹੈ ਜੀ। ਯਾਨੀ ਕੋਈ 10-12 ਹੈ? ਜੀ ਜੀ। ਠੀਕ ਹੋ ਗਿਆ। 10-12 ਡੰਗਰ ਜਿਹੜੇ ਨੇ ਇਹਨਾਂ 'ਚੋਂ ਤੁਹਾਡੇ ਦੁੱਧ ਦੇਣ ਵਾਲੇ ਕਿੰਨੇ ਡੰਗਰ ਨੇ? ਇਹ ਵਕਤੀ ਤੌਰ ਤੇ ਹੁਣ 3 ਡੰਗਰ ਦੇ ਰਹੇ ਨੇ ਦੁੱਧ, ਤੇ ਹੈ 6ਵੇਂ ਸੂਣ ਆ ਗਈਆਂ ਨੇ। ਅੱਛਾ। ਇਹ ਜਿਹੜੀਆਂ ਮੱਝਾਂ ਤੁਹਾਡੀ ਨਜ਼ਰ ਆ ਰਹੀਆਂ ਨੇ ਸਾਨੂੰ, ਇਹ ਕਿਹੜੀ ਨਸਲ ਦੀਆਂ ਨੇ? ਇਹ ਬਾਰੀ ਨਸਲ ਹੈ। ਸਾਰੀ ਬਾਰੀ ਨਸਲ? ਜੀ ਜੀ। ਕੋਈ ਬੈਸਟ ਰਹਿੰਦੀਆਂ ਨੇ ਸਾਡੇ ਇਲਾਕੇ 'ਚ? ਹਾਂਜੀ ਹਾਂਜੀ। ਠੀਕ ਹੈ। ਤੇ ਇਸ ਟਾਈਮ ਤੁਹਾਡੀਆਂ 3 ਮੱਝਾਂ ਦੁੱਧ ਦੇ ਰਹੀਆਂ ਨੇ? ਜੀ 3 ਦੇ ਰਹੀਆਂ ਜਦਕਿ ਬਾਕੀ ਬਣੀਆਂ ਨੇ, ਤਿਆਰ ਨੇ? ਜੀ ਬਿਲਕੁਲ। ਜਦੋਂ ਤੁਹਾਡੀਆਂ ਸਾਰੀਆਂ ਮੱਝਾਂ ਦੁੱਧ ਦੇ ਰਹੀਆਂ ਹੁੰਦੀਆਂ ਨੇ ਉਦੋਂ ਇੱਕ ਟਾਈਮ ਦਾ ਤੁਹਾਡਾ ਮੈਕਸਿਮਮ ਦੁੱਧ ਕਿੰਨਾ ਹੋ ਜਾਂਦਾ ਹੈ? ਉਦੋਂ ਤਕਰੀਬਨ ਹੋ ਜਾਂਦਾ 32-35 ਇੱਕ ਟਾਈਮ ਦਾ। ਠੀਕ ਹੋ ਗਿਆ। ਜੀ। 32-35 ਜਿਹੜਾ ਵੇ ਉਹ ਪਿੰਡ ਹੀ ਵੇਚਦੇ ਹੋ ਜਾਂ ਦੁੱਧ ਹੀ ਦਿੰਦੇ ਹੋ? ਦਿੰਦੇ ਨੇ। ਦੁੱਧ ਨੂੰ ਤੁਹਾਨੂੰ ਜੋ ਦੁੱਧ ਦਿੰਦੇ ਹੋ ਕੀ ਰੇਟ ਮਿਲਦਾ ਹੈ? 80 ਰੁਪਏ। ਤੇ 80 ਰੁਪਏ ਨੁਕਸਾਨ 'ਚ ਨਹੀਂ ਜਾਂਦਾ ਤੁਹਾਨੂੰ? ਨਹੀਂ ਫਿਰ ਵੀ ਸਾਨੂੰ ਫਿਰ ਵੀ ਠੀਕ ਹੈ, ਯਾਨੀ 80 ਰੁਪਏ ਦੇ ਕੇ ਵੀ ਠੀਕ ਹੈ। ਬਿਲਕੁਲ ਬਿਲਕੁਲ। ਔਰ ਘਰਾਂ ਵਿੱਚ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਦੁੱਧ ਜਿਹੜਾ ਵੇ ਉਹ 100 ਰੁਪਏ 120 ਵੀ ਜਾਂਦਾ ਹਾਲਤ ਜਿਹੜਾ। ਬਿਲਕੁਲ ਬਿਲਕੁਲ। ਤੇ ਕੀ ਗੱਲ ਤੁਸੀਂ ਘਰਾਂ 'ਚ ਨਹੀਂ ਵੇਚਦੇ? ਉਹ ਇੱਥੇ ਘਰਾਂ 'ਚ ਪਿੰਡ ਥਾਂ ਵੇ ਇੰਨਾ ਨਹੀਂ ਲੱਗਦਾ ਹੈ ਹੁਣ ਘਰਾਂ 'ਚ। ਯਾਨੀ ਜ਼ਿਆਦਾ ਲੋਕਾਂ ਇੱਕ ਅੱਧੀ ਆਪਣੀ ਰੱਖੀ ਹੈ। ਠੀਕ ਹੋ ਗਿਆ। ਤੇ ਫਿਰ ਉਹ ਜਿਹਦੀ ਇੱਕ ਸੂਪ ਹੈ ਨਾ, ਉਹ ਜਿਗਰ 3 ਘਰ ਨਾਲ ਸਾਂਭ ਲੈ ਕਿਲੋ ਵਾਲੇ। ਠੀਕ ਹੋ ਗਿਆ। ਇੰਜ ਦੁੱਧ ਹੀ ਆਉਂਦਾ, ਉਹ ਇਕੱਠਾ ਲੈ ਜਾਂਦਾ। ਸਹੀ ਹੈ। ਹਾਂਜੀ। ਯਾਨੀ ਜਿਨ੍ਹਾਂ ਨੇ ਇੱਕ ਮੱਝ ਰੱਖੀ ਹੈ ਉਹ ਵੀ ਇਹ ਬਿਜ਼ਨਸ ਕਰ ਰਹੇ ਨੇ? ਉਹ ਵੀ ਆਪਣੇ ਤੋਂ ਜ਼ਰੂਰਤ ਵਾਸਤੇ ਕੋਈ ਕਿਲੋ ਨਾਲ ਗਵਾਂਢੀਆਂ ਨੂੰ ਦੇ ਹੀ ਲੈਂਦੇ ਨੇ। ਠੀਕ ਹੈ। ਯਾਨੀ ਉਹਨਾਂ ਦਾ ਵੀ ਆਪਣਾ ਸਰਕਟ ਜਿਹੜਾ ਨਾ ਉਹ ਚੱਲ ਜਾਂਦਾ ਹੈ। ਚੱਲ ਜਾਂਦਾ ਹੈ। ਤੇ ਤੁਹਾਡਾ ਮਾਸ਼ਾਅੱਲਾ ਜਿਹੜਾ ਦੁੱਧ ਵੇ ਉਹ 30-35 ਕਿਲੋ ਤੁਹਾਨੂੰ ਦੱਸਿਆ ਹੈ ਮਹੀਨੇ ਦਿਨ ਦਾ ਜਿਹੜਾ ਵੇ ਹੋ ਜਾਂਦਾ ਹੈ? ਟਾਈਮ ਦਾ ਇੱਕ ਇੱਕ ਟਾਈਮ ਦਾ ਇੱਕ ਟਾਈਮ ਦਾ। ਤੇ 2 ਟਾਈਮ ਦਾ ਤੁਹਾਡਾ ਹੋ ਗਿਆ ਆਪਣਾ 70 ਕਿਲੋ? 70 ਜੇ ਸਾਰੀਆਂ ਮਤਲਬ ਸੂਈਆਂ ਹੁਣ ਫਿਰ 70 ਹੋ ਜਾਂਦਾ। ਠੀਕ ਹੈ। ਹੁਣ ਮਤਲਬ ਤੁਹਾਡੀਆਂ 3 ਦੇ ਰਹੀਆਂ ਨੇ, ਕੁਝ ਦੂਜੀਆਂ ਵੀ ਦਿੰਦੀਆਂ ਹੋਣਗੀਆਂ। ਹੁਣ ਕਿੰਨਾ ਵੇ ਇਸ ਟਾਈਮ? ਹੁਣ ਤਕਰੀਬਨ ਹੈ ਕੋਈ 25 ਕਿਲੋ। 25 ਕਿਲੋ ਹੈ ਵੇ। ਤੇ 25 ਕਿਲੋ ਦੇ ਤੁਹਾਨੂੰ ਕਿੰਨੇ ਪੈਸੇ ਮਿਲਦੇ ਨੇ ਪਏ ਮਹੀਨੇ ਦੇ? ਮਹੀਨੇ ਦੇ ਤਕਰੀਬਨ ਰੁਪਈਆ 30-35 ਹਜ਼ਾਰ ਆਪਣਾ ਬੰਡਾ ਛੰਡਾ ਹਰ ਚੀਜ਼ ਖਾ ਕੇ ਨਾ ਜੀ ਤੇ ਬਚ ਜਾਂਦਾ। ਯਾਨੀ 30-35 ਹਜ਼ਾਰ ਤੁਹਾਨੂੰ ਮਿਲਦਾ ਪਿਆ। ਔਰ ਜਦੋਂ ਸਾਰੀਆਂ ਤੁਹਾਡੀਆਂ ਲਹਿਰੀਆਂ ਹੋਈਆਂ ਹੁੰਦੀਆਂ ਨੇ ਉਦੋਂ ਤੁਹਾਨੂੰ ਕਿੰਨੀ ਬਚਤ ਹੁੰਦੀ ਮੈਕਸਿਮਮ? ਉਦੋਂ ਤਕਰੀਬਨ ਲੱਖ ਰੁਪਈਆ ਮਹੀਨਾ ਆ ਜਾਂਦਾ। ਮਾਸ਼ਾਅੱਲਾ। ਠੀਕ ਹੈ। ਬੜੀ ਜ਼ਬਰਦਸਤ ਤੁਸੀਂ ਦੱਸਿਆ ਕਿ ਅਗਰ ਘੱਟ ਵੀ ਹੈ ਕੰਮ ਹੋਏ ਫਿਰ ਵੀ ਨੁਕਸਾਨ 'ਚ ਨਹੀਂ। ਨਹੀਂ ਔਰ ਜਦੋਂ ਜ਼ਿਆਦਾ ਫਿਰ ਤਾਂ ਨਫਾ ਹੀ ਹੈ। ਬਿਲਕੁਲ ਬਿਲਕੁਲ।
ਜਦੋਂ ਤੁਹਾਡੀਆਂ ਮੱਝਾਂ ਸਾਰੀਆਂ ਲਹਿਰੀਆਂ ਹੁੰਦੀਆਂ ਨੇ, ਸਾਰੀਆਂ ਦੁੱਧ ਦੇ ਰਹੀਆਂ ਹੁੰਦੀਆਂ ਨੇ, ਜੀ। ਉਦੋਂ ਤੁਹਾਡਾ ਖਰਚ ਕਿੰਨਾ ਆਉਂਦਾ ਇਹਨਾਂ ਤੇ? ਵੰਡੇ ਛੰਡੇ ਦਾ ਵੰਡੇ ਦਾ, ਤੁਹਾਡੀ ਆਪਣੀ ਮਜ਼ਦੂਰੀ ਵੀ ਪਾ ਲਓ, ਇਹ ਜਿਹੜੇ ਬਿਜਲੀ ਚੱਲਦੀ ਹੈ ਵੀ ਪੱਠੇ ਛੱਠੇ, ਸਾਰਾ ਟੋਟਲ ਖਰਚ ਤੁਹਾਡੇ 10-12 ਡੰਗਰਾਂ ਤੇ ਕਿੰਨਾ ਆ ਜਾਂਦਾ? ਇਹ ਆ ਜਾਂਦਾ ਕਿ 50000 ਰੁਪਏ 50,000 ਰੁਪਇਆ ਮਹੀਨੇ ਦਾ? ਜੀ। ਉਹ ਕਿਸ ਤਰ੍ਹਾਂ ਆ ਜਾਂਦਾ? ਵੰਡਾ ਛੰਡਾ ਵੀ ਪਾਈਦਾ, ਮਤਲਬ ਇਹਨਾਂ ਨੂੰ ਫਿਰ ਪੱਠੇ ਛੱਠੇ ਵੀ ਪਾਈਦੇ ਨੇ, ਸਾਰੇ ਠੀਕ ਹੈ। ਖਰਚੇ ਇਹਨਾਂ ਚੋਂ ਕੱਢਣੇ ਹੁੰਦੇ ਨੇ ਨਾ, ਜੀ ਠੀਕ ਹੈ। ਤੇ ਰੁਪਈਆ ਲੱਖ ਸਾਨੂੰ ਬਚ ਜਾਂਦਾ ਹੈ। ਯਾਨੀ ਲੱਖ ਰੁਪਇਆ ਜਿਹੜਾ ਨਾ ਉਹ ਤੁਹਾਨੂੰ ਆਂਦਾ ਹੈ ਆਮਦਨ, ਬਿਲਕੁਲ। ਤੇ ਫਿਰ ਲੱਖ ਬਚਦਾ ਨਾ ਹੋਇਆ, ਫਿਰ 50,000 ਬਚਦਾ ਹੋਇਆ, ਯਾਨੀ 50,000 ਤੁਸੀਂ ਇਹਨਾਂ ਤੇ ਲਾ ਛੱਡਦੇ ਹੋ। ਸਰ ਜੀ ਵੇਖੋ 70-75 ਕਿਲੋ ਦੁੱਧ ਹੋਏ ਨਾ, ਤੇ ਉਹ 1.5-2 ਲੱਖ ਦਾ ਦੁੱਧ ਬਣ ਜਾਂਦਾ ਮਹੀਨੇ ਠੀਕ ਹੈ। 80 ਰੁਪਈਆਂ ਦੇ ਹਿਸਾਬ ਨਾਲ। ਸਹੀ ਹੈ। ਤੇ ਇੰਨਾ ਹੀ ਲੰਗਰ 50,000 ਰੁਪਈਆ ਖਾ ਲੈਂਦੇ ਨੇ ਮਹੀਨੇ ਦਾ, ਔਰ ਤਕਰੀਬਨ ਲੱਖ ਕੁ ਬਚਾ ਛੱਡਦੇ ਨੇ। ਬਚਾ ਛੱਡਦੀ। ਬੜੀ ਜ਼ਬਰਦਸਤ ਗੱਲ ਹੈ। ਔਰ ਅੱਜ ਦੇ ਦਿਨਾਂ ਵਿੱਚ ਜਦ ਕਿ ਦੁੱਧ ਤੁਹਾਡਾ ਘਟਿਆ, ਅੱਜ ਦੀ ਕੀ ਹੈ ਰੇਸ਼ੋ? ਅੱਜ ਵੀ ਠੀਕ ਹੈ, ਅਲਹਮਦੁਲਿਲਾ, ਗੁਜ਼ਾਰਾ ਪਿਆ ਹੁੰਦਾ। ਯਾਨੀ ਅੱਜ ਮੈਕਸਿਮਮ ਕਿੰਨਾ ਖਰਚਾ, ਕਿਉਂਕਿ ਪੱਠੇ ਬਹੁਤ ਜ਼ਿਆਦਾ ਨੇ ਅੱਜ ਕੱਲ੍ਹ, ਤੇ ਕਿੰਨਾ ਕੁ ਖਰਚਾ ਅੱਜ ਕੱਲ੍ਹ ਕਰਾ ਰਹੇ ਨੇ? ਅੱਜ ਕੱਲ ਉਹ ਖਰਚਾ ਕੋਈ ਨਹੀਂ, ਵੰਡਾ ਛੰਡਾ ਮੈਂ ਤੇ ਨਹੀਂ ਪਾਉਂਦਾ ਪਿਆ ਹੁਣ। ਅੱਛਾ, ਪੱਠਿਆਂ ਦੇ ਪੱਠਿਆਂ ਤੇ ਗੁਜ਼ਾਰਾ ਹੋ ਰਿਹਾ। ਯਾਨੀ ਅੱਜ ਕੱਲ੍ਹ ਤੁਹਾਡਾ ਕਹਿ ਸਕਦੇ ਕੋਈ ਅੰਦਾਜ਼ਨ 10-20 ਹਜ਼ਾਰ ਖਰਚੇ? ਜ਼ਾਹਿਰ ਫਿਰ ਇਹਨਾਂ ਤੇ ਹੋ ਜਾਂਦਾ ਨਾ, ਪੱਠਿਆਂ ਛੱਠਿਆਂ ਤੇ। ਠੀਕ ਹੈ, ਨਾਲ ਅਗਰ ਆਪਣੀ ਮਜ਼ਦੂਰੀ ਵੀ ਤੁਸੀਂ ਪਾਓ। ਜੀ। ਠੀਕ ਹੋ ਗਿਆ। ਇਸ ਕੰਮ ਤੋਂ ਇਲਾਵਾ ਵੀ ਨਾਲ ਕੋਈ ਹੋਰ ਕੰਮ ਕਰ ਰਹੀ ਹੈ, ਸਿਰਫ ਡੰਗਰ ਤੇ ਹੀ ਤੁਸੀਂ ਗੁਜ਼ਾਰਾ ਕਰਦੇ? ਡੰਗਰਾਂ ਤੇ ਗੁਜ਼ਾਰਾ ਕਰ ਰਹੇ ਹਾਂ। ਔਰ ਸੋਹਣਾ ਗੁਜ਼ਾਰਾ ਹੋ ਰਿਹਾ? ਅੱਲਾ ਦਾ ਸ਼ੁਕਰ ਹੈ। ਸਾਊਦੀਆ ਗਏ ਹਾਂ। ਅੱਛਾ। ਤੇ ਨਹੀਂ ਕੋਈ, ਮੈਂ ਹਜੇ 35-40 ਇੱਥੇ ਕਮਾਣਾ, ਤੇ ਫਿਰ ਫਾਇਦਾ ਕੀ, ਉੱਥੋਂ ਵੀ ਆ ਗਿਆ 16 ਮਹੀਨੇ ਰਹਿ ਕੇ। ਠੀਕ ਹੈ। ਯਾਨੀ ਜੋ ਤੁਹਾਨੂੰ ਮਜ਼ਾ ਇਹਨਾਂ ਦੇ ਕੰਮ ਚ ਆਇਆ ਉਹ ਕਿਤੇ ਨਹੀਂ ਆਇਆ? ਨਵੇਂ ਬੰਦੇ ਨੂੰ ਕੀ ਕਹਿਣਾ ਚਾਹੋਗੇ, ਕੀ ਮਸ਼ਵਰਾ ਦੇਣਾ ਚਾਹੋਗੇ, ਜਦਕਿ ਤੁਸੀਂ ਸਾਊਦੀਆ ਵੀ ਗਏ ਹੋ, ਤੁਸੀਂ ਸਰਜੀਕਲ ਦਾ ਵੀ ਕੰਮ ਕੀਤਾ ਹੈ, ਤੁਸੀਂ ਇਹਨਾਂ ਦਾ ਅਰੂਜ ਵੀ ਵੇਖਿਆ ਔਰ ਇਹਨਾਂ ਦੇ ਆਮਦਨ ਵੀ ਵੇਖੇ ਨੇ? ਜੀ ਜੀ ਬਿਲਕੁਲ। ਯਾਨੀ ਤੁਸੀਂ ਇਹ ਵੀ ਵੇਖਿਆ ਕਿ ਜਦੋਂ ਇਹਨਾਂ ਤੋਂ 1.5 ਲੱਖ ਮਿਲ ਰਿਹਾ ਹੁੰਦਾ, ਤੁਸੀਂ ਇਹ ਵੀ ਵੇਖਿਆ ਜਦੋਂ ਇਹਨਾਂ ਤੋਂ 50,000 ਮਿਲ ਰਿਹਾ ਹੁੰਦਾ। ਬਿਲਕੁਲ ਠੀਕ ਹੈ। ਨਵੇਂ ਬੰਦੇ ਨੂੰ ਕੀ ਮਸ਼ਵਰਾ ਦੇਵੋਗੇ ਕਿ ਉਹ ਕੰਮ ਕਰੇ ਤੇ ਕਿਸ ਤਰ੍ਹਾਂ ਕਰੇ ਔਰ ਕਿਹੜੇ ਡੰਗਰ ਲੈ ਕੇ ਕਰੇ? ਨਵਾਂ ਬੰਦਾ ਜਿਹੜਾ ਉਹ ਵੀ ਡੰਗਰ ਜਿਹੜੇ ਨਾ ਪੂਰੀਆਂ ਰਕਮਾਂ ਦੇ ਲੈ ਕੇ, ਅੱਛਾ, ਤੇ ਆਪਣਾ ਉਹਨਾਂ ਤੇ ਮਿਹਨਤ ਮਜ਼ਦੂਰੀ ਪਿਆ ਕਰੇ, ਤੇ ਸ਼ੁਕਰ ਹੈ ਅੱਲਾ ਦਾ, ਉਹਨੂੰ ਵੀ ਬਥੇਰਾ ਕੁਝ ਬਚ ਜਾਂਦਾ। ਸਹੀ ਹੈ ਜੀ। ਯਾਨੀ ਨਵਾਂ ਬੰਦਾ ਜਿਹੜਾ ਵੀ ਉਹ 3-4 ਡੰਗਰ ਤੋਂ ਕੰਮ ਸ਼ੁਰੂ ਕਰ ਲੇ? ਹਾਂ, ਕਾਮਯਾਬ ਮਿਹਨਤ ਫਿਰ ਕਰਨੀ ਪੈਂਦੀ ਹੈ ਨਾ, ਇਹਨਾਂ ਤੇ ਡਿਊਟੀ ਤੇ ਦੇਣੀ ਪੈਂਦੀ ਹੈ ਨਾ ਭਾਜੀ। ਤੁਸੀਂ ਹੁਣ ਮਾਸ਼ਾਅੱਲਾ ਤੁਹਾਡੇ ਕੋਲ ਜਿਹੜੀ ਵੱਡੀਆਂ ਮੱਝਾਂ ਨੇ ਉਹ ਤਕਰੀਬਨ 7-8 ਨਜ਼ਰ ਆ ਰਹੀਆਂ ਨੇ। ਜੀ ਜੀ। ਤੇ ਇਹਨਾਂ ਵਾਸਤੇ ਇੱਕ ਹੀ ਬੰਦਾ ਕਾਫੀ ਹੁੰਦਾ? ਮੈਂ ਇਕੱਲਾ ਹੀ ਪਾਉਣਾ ਪੱਠੇ। ਯਾਨੀ ਕਿ ਨਾਲ ਕਿਸੇ ਹੋਰ ਬੰਦੇ ਨੂੰ ਅੰਗੇਜ ਕਰਨ ਦੀ ਜ਼ਰੂਰਤ ਨਹੀਂ? ਨਹੀਂ। ਠੀਕ ਹੋ ਗਿਆ। ਅੱਛਾ, ਵੰਡਾ ਜਿਹੜਾ ਵਾ ਤੁਹਾਡੀ ਨਜ਼ਰ ਦੇ ਵਿੱਚ ਸਭ ਤੋਂ ਬੈਸਟ ਕਿਹੜਾ ਵੰਡਾ ਹੈ ਜਿਹੜਾ ਮੱਝ ਵਾਸਤੇ ਬਿਹਤਰ ਹੁੰਦਾ ਔਰ ਦੁੱਧ ਦੀ ਮਿਕਦਾਰ ਵੀ ਵਧਾਉਂਦਾ ਹੈ? ਸਾਡੇ ਹਿਸਾਬ ਨਾਲ ਤੇ ਕਣਕ ਦਾ ਜਿਹੜਾ ਦਲੀਆ ਉਹ ਵੰਡਾ ਅੱਛਾ ਹੁੰਦਾ। ਅੱਛਾ ਜੀ। ਨਹੀਂ, ਤੁਸੀਂ ਇਹ ਸਮਝਦੇ ਹੋ ਕਿ ਕਣਕ ਦਾ ਦਲੀਆ ਪਾਇਆ ਜਾਏ ਜੀ, ਤੇ ਉਹ ਜ਼ਿਆਦਾ ਤੋਂ ਜ਼ਿਆਦਾ ਦੁੱਧ ਮੱਝ ਕੋਲ ਲਿਆ ਜਾ ਸਕਦਾ? ਹਾਂਜੀ। ਤੁਹਾਡੇ ਫਾਰਮ ਤੇ ਇੱਕ ਮੱਝ ਨੇ ਬੜਾ ਦੁੱਧ ਦਿੱਤਾ ਹੈ ਤੇ ਕਿੰਨਾ ਵੇ? ਮੇਰੇ ਕੋਲ ਤੇ ਤਕਰੀਬਨ 16 ਕਿਲੋ ਤੋਂ ਵੱਧ ਇੱਕ ਮੱਝ ਨੇ ਦੁੱਧ ਨਹੀਂ ਦਿੱਤਾ ਹੈ। ਅੱਛਾ। ਜੀ। ਤੇ 16 ਕਿਲੋ ਵੀ ਬੜਾ ਦੁੱਧ ਹੁੰਦਾ ਹੈ, ਘੱਟ ਨਹੀਂ ਹੁੰਦਾ? ਜੀ ਜੀ। ਠੀਕ ਹੈ। ਅਗਰ ਉਹ ਇਸ ਉੱਤੇ ਜਾਂਦੀ ਹੈ ਫਿਰ ਤਾਂ ਬੋਨਸ ਹੈ, ਲੇਕਿਨ ਅਗਰ ਉਹ 16-15 ਕਿਲੋ ਦੁੱਧ ਦਿੰਦੀ ਹੈ ਤਾਂ ਫਿਰ ਵੀ ਦਿਹਾੜੀ ਦਾ ਇੱਕ ਅੱਛੀ ਹਾਸੀ ਜਿਹੜੀ ਉਹਦੀ ਅਮਾਉਂਟ ਮਿਲ ਸਕਦੀ ਹੈ। ਪਿਛਲੀ ਮੱਝ ਵੱਡੀ ਜਿਹਨੇ 16 ਕਿਲੋ ਦਿੱਤਾ, ਬਕਾਇਆ ਨਹੀਂ ਥੋੜਾ। ਉਹ ਜਿਹੜੀ ਐਂਡ ਤੇ ਨਜ਼ਰ ਆ ਰਹੀ ਹੈ ਪਰਲੀ ਛੱਡ ਕੇ? ਤੀਜੇ ਨੰਬਰ ਵਾਲੀ। ਠੀਕ ਹੋ ਗਿਆ। ਠੀਕ ਹੈ, ਤੀਸਰੇ ਨੰਬਰ ਵਾਲੀ। ਜੀ ਜੀ। ਸਹੀ ਹੈ। ਤੇ ਇਹ ਜਿਹੜਾ ਤੁਸੀਂ ਸ਼ੈੱਡ ਬਣਾਇਆ ਵੇ, ਇਹ ਕੱਚਾ ਹੀ ਨਜ਼ਰ ਆ ਰਿਹਾ, ਬਾਲੇ ਸ਼ਾਲੇ ਨਜ਼ਰ ਆ ਰਹੇ ਨੇ, ਤੇ ਕੀ ਗੱਲ ਪੱਕਾ ਕਿਉਂ ਨਹੀਂ ਬਣਾਇਆ? ਸਾਰੇ ਠੰਡਾ ਰਹਿੰਦਾ। ਅੱਛਾ, ਠੰਡਾ ਰਹਿੰਦਾ? ਜੀ। ਇਹ ਬਾਲੇ ਸਿਰਕੀ ਹੈ ਨਾ। ਠੀਕ ਹੈ। ਲੈਂਟਰ ਜਿਹੜਾ ਉਹ ਫਿਰ ਤਪ ਜਾਂਦਾ ਹੈ, ਠੰਡਾ ਰਹਿੰਦਾ। ਠੀਕ ਹੋ ਗਿਆ। ਜੀ। ਤੇ ਇਹ ਪੱਕੇ ਵੀ ਲੱਗੇ ਨੇ, ਸਿਰਕੀ ਬਾਲੇ ਨੇ, ਤੇ ਇੱਥੇ ਗਰਮੀ ਤੇ ਨਹੀਂ? ਨਹੀਂ, ਗਰਮੀ ਨਹੀਂ ਮਹਿਸੂਸ ਹੋ ਰਹੀ। ਥੱਲੇ ਕੁਛ ਪੱਕੀ ਜਗ੍ਹਾ ਸਾਨੂੰ ਨਜ਼ਰ ਆ ਰਹੀ ਹੈ ਔਰ ਬਾਹਰ ਸਾਨੂੰ ਇਹ ਕੱਚੀ ਨਜ਼ਰ ਵੀ ਆ ਰਹੀ ਹੈ। ਠੀਕ ਹੈ ਜੀ। ਤੇ ਪੱਕੀ ਤੁਸੀਂ ਕਿੰਨੀ ਬਣਾ ਰੱਖੀ ਹੈ ਔਰ ਕੱਚੀ ਕਿੰਨੀ ਰੱਖੀ ਹੈ? ਇਹ ਤਕਰੀਬਨ ਹੈ ਵੇ ਕੋਈ 10 ਮਰਲੇ ਜਗ੍ਹਾ। ਅੱਛਾ। ਜਿਹਦੇ ਵਿੱਚ 3-4 ਮਰਲੇ ਕੱਚੀ ਹੈ, ਦੂਜੀ ਪੱਕੀ ਹੈ। ਯਾਨੀ 10 ਡੰਗਰਾਂ ਵਾਸਤੇ 10 ਮਰਲੇ ਜਗ੍ਹਾ ਬਿਹਤਰੀਨ ਹੈ? ਬਿਹਤਰੀਨ ਹੈ। ਠੀਕ ਹੈ। ਇੱਕ ਤੋਂ ਵੱਧ ਵੀ ਹੋਈ ਤਾਂ ਕੋਈ ਮਸਲਾ ਨਹੀਂ? ਮਸਲਾ ਨਹੀਂ ਆ। ਵੇਖੋ ਨਾ ਜੀ, 8-7 ਡੰਗਰ ਨੇ, ਤੇ ਬਾਹਰ ਵੀ ਇਹ ਖੁਰਲੀ ਹੈ, ਕਹਿ ਵੀ ਹੈ ਜੀ, ਇੰਨੇ ਥਾਂ 'ਚ ਕਵਰ ਹੋ ਜਾਂਦੇ ਨੇ ਇੰਨੇ ਡੰਗਰ। ਅੱਛਾ ਜੀ, ਨਵਾਜ਼ ਭਾਈ ਇਹ ਦੱਸਿਓ ਕਿ ਅਗਰ ਇੱਕ ਫੈਮਿਲੀ ਅਸੀਂ ਪਾਲਣੀ ਹੈ ਕੋਈ 6-7 ਬੰਦਿਆਂ ਦੀ, ਤੇ ਕਿੰਨੇ ਕੁ ਡੰਗਰ ਹੋਣ? ਵੇਖ ਲਓ ਤੁਹਾਡੇ ਸਾਹਮਣੇ, ਅਸੀਂ ਵੀ ਤੇ ਭਰ ਰਹੀ ਹੈ ਨਾ, ਸਾਡੀ ਵੀ 7-8 ਦੇ ਨਾਲ ਜੀ, ਤੇ 30-35-40 ਵੀ ਕਰ ਸਕਦਾ ਬੰਦਾ। ਠੀਕ ਹੈ ਜੀ। ਇਸ ਕੰਮ ਨੂੰ ਤੁਸੀਂ ਕਿਸ ਤਰ੍ਹਾਂ ਦਾ ਸਮਝਦੇ ਹੋ? ਤੁਹਾਡੀ ਨਜ਼ਰ 'ਚ ਕੰਮ ਕਿਹਦਾ ਹੈ? ਸਾਡੀ ਨਜ਼ਰ ਤੇ ਬਹੁਤ ਅੱਛਾ ਕੰਮ ਹੈ। ਠੀਕ ਹੈ। ਆਪਣਾ ਕੰਮ ਹੈ, ਕਿਸੇ ਦੀ ਛੇੜ ਢੋ ਨਹੀਂ ਹੈ। ਜਿਹੜੇ ਵੀ ਮਰਜ਼ੀ ਕਰੋ, ਛੱਡ ਕੇ ਬਹੋ, ਆਪਣਾ ਕਰੋ ਨਾ ਕਰੋ, ਕਿਸੇ ਦੀ ਮਤੈਜ 'ਚ ਤੇ ਨਹੀਂ ਨਾ। ਬਿਲਕੁਲ। ਸਭ ਤੋਂ ਵੱਡੀ ਗੱਲ ਇਹ ਵੇ। ਔਰ ਘਰ ਦਾ ਘਰ, ਉਹ ਘਰ ਦਾ ਘਰ, ਆਪਣੀ ਫੈਮਿਲੀ ਦੇ ਵਿੱਚ ਬਿਹਤਰੀਨ ਕੰਮ ਹੈ। ਅੱਛਾ, ਤੁਸੀਂ ਇਹਦੇ ਫਾਇਦੇ ਵੀ ਦੱਸੇ ਨੇ, ਡੰਗਰ ਰੱਖਣ ਦਾ ਤਰੀਕਾ ਵੀ ਦੱਸਿਆ, ਜਗ੍ਹਾ ਵੀ ਦੱਸੜੀ ਹੈ। ਜੀ। ਹੁਣ ਇਹ ਦੱਸੋ ਕਿ ਇਸ ਕੰਮ 'ਚ ਕੋਈ ਮਸਾਇਲ ਵੀ ਨੇ, ਪ੍ਰੋਬਲਮਸ ਵੀ ਨੇ ਜਿਹੜੇ ਲੋਕਾਂ ਨੂੰ ਫੇਸ ਕਰਨੇ ਪੈਂਦੇ ਨੇ? ਕੋਈ ਪ੍ਰੋਬਲਮ ਨਹੀਂ ਇਹਦੇ 'ਚ ਕੋਈ। ਮਸਲਨ ਅਗਰ ਕਦੀ ਪਠਾ ਨਹੀਂ ਮਿਲਦਾ, ਜਾਂ ਡੰਗਰ ਜਿਹੜੇ ਨੇ ਬਿਮਾਰ ਹੋ ਜਾਂਦੇ ਨੇ, ਜਾਂ ਦੁੱਧ ਘਟਾਈ ਜਾਂਦੇ ਨੇ, ਜਾਂ ਕੋਈ ਡੰਗਰ ਖੁਦਾ ਨਾ ਹਾਸਾ ਨੁਕਸਾਨ ਹੋ ਜਾਂਦਾ ਹੈ,
ਕੋਈ ਐਸੇ ਨੁਕਸਾਨ ਹੈ ਨੇ ਜਿਹੜੇ ਫਾਰਮਰ ਨੂੰ ਜ਼ਿਹਨ 'ਚ ਰੱਖਣੇ ਚਾਹੀਦੇ ਨੇ ਕਿ ਇਹ ਕੰਮ ਵੀ ਹੋ ਸਕਦਾ ਹੈ? ਜੀ ਰੱਖਣੇ ਚਾਹੀਦੇ ਨੇ, ਜਿਹੜਾ ਕੰਮ ਇੱਕ ਵਾਰੀ ਹੋਈਏ ਉਹਦੀ ਇhtiyat ਕਰਨੀ ਚਾਹੀਦੀ ਹੈ ਬੰਦੇ ਨੂੰ। ਬਿਲਕੁਲ। ਤੇ ਬਾਕੀ ਫਿਰ ਉਹ ਨੁਕਸਾਨ ਵਾਲੀ ਤੇ ਉਹ ਅੱਲਾ ਪਾਕ ਕੋਲ ਗੱਲ ਹੈ। ਠੀਕ ਹੈ। ਔਰ ਅਗਰ ਜਾਨਵਰ ਬਿਮਾਰ ਹੋ ਜਾਣ, ਕਦੀ ਐਸਾ ਹੋਇਆ ਤੁਹਾਡੇ ਜਾਨਵਰ ਬਿਮਾਰ ਹੋਏ ਹੋਣ? ਜੀ। ਕਿਹੜੀ ਬਿਮਾਰੀ ਆਮ ਤੌਰ ਤੇ ਲੱਗਦੀ ਹੈ? ਇਹ ਆਮ ਹੀ, ਕਦੀ ਬੁਖਾਰ ਹੋ ਗਿਆ, ਕਦੀ ਯਾਨੀ ਕੋਈ ਮੇਜਰ ਪ੍ਰੋਬਲਮ ਨਹੀਂ ਹੋਈ? ਨਹੀਂ। ਠੀਕ ਹੋ ਗਿਆ। ਤੇ ਉਹ ਫਿਰ ਇਲਾਜ ਕੀ ਕਰਦੇ ਉਹਨਾਂ ਦਾ? ਉਹ ਡਾਕਟਰ ਬੁਲਾਈਦਾ, ਉਹਨਾਂ ਕੋ ਕਰਵਾਈ। ਸਹੀ ਹੈ। ਕੋਈ ਦੇਸੀ ਇਲਾਜ ਵੀ ਕਰਦੇ ਹੋ ਕਿ ਨਹੀਂ? ਦੇਸੀ ਵੀ ਨਾਲ ਕਰਨੇ ਆ। ਸਹੀ ਹੈ। ਦੇਸੀ ਕਿਹੜਾ ਕਰ ਲੈਂਦੇ ਹੋ? ਮਸਲਨ ਕਿਸੇ ਨੂੰ ਬੁਖਾਰ ਹੋ ਗਿਆ, ਉਹਨੂੰ ਕੋਈ ਸੁੰਡ ਦੇ ਲਵੋ। ਅੱਛਾ। ਉਹ ਹੋਰ ਇਹੋ ਜਿਹੀ ਚੀਜ਼ ਦੇ ਲਵੋ ਜਿਹਦੇ ਨਾਲ ਉਹਦਾ ਬੁਖਾਰ ਲੈ ਜਾਈਏ। ਠੀਕ ਹੈ। ਨਾ ਕੋਈ ਟੀਕਾ ਸ਼ੀਕਾ ਲਗਵਾ ਲੈਨੇ ਆ। ਸਹੀ ਹੈ ਜੀ। ਠੀਕ ਹੋ ਗਿਆ। ਅੱਛਾ, ਤੁਸੀਂ ਬੜੀਆਂ ਅਹਿਮ ਗੱਲਾਂ ਸਾਨੂੰ ਦੱਸੀਆਂ ਨੇ। ਕੋਈ ਐਸੀ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਜੀ। ਔਰ ਸਦਕਾ ਜਾਰੀਆ ਦੇ ਤੌਰ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਦੱਸਣਾ ਚਾਹੋ ਜਿਹੜੇ ਕਿ ਕੰਮ ਕਰ ਵੀ ਰਹੇ ਨੇ ਜੀ ਜੀ ਔਰ ਜਿਹੜੇ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਅਹਿਮ ਗੱਲ ਦੱਸੋ, ਗੁਰ ਦੀ ਗੱਲ ਦੱਸੋ ਇਹ ਜਾਨਵਰਾਂ ਦੇ ਪਾਲਣ ਦੇ ਬਾਰੇ। ਸਹੀ ਹੈ, ਜੇ ਬੰਦਾ ਨੇਕ ਨੀਅਤ ਨਾਲ ਆਪਣਾ ਕੰਮ ਸ਼ਮ ਕਰੇ ਤੇ ਠੀਕ ਹੈ, ਅੱਲਾ ਰੋਟੀ ਪਿਆ ਦਿੰਦਾ। ਸਹੀ ਹੈ ਜੀ। ਤੇ ਕੰਮ ਇਹ ਬਹੁਤ ਅੱਛਾ ਕੰਮ ਹੈ, ਆਪਣਾ ਸ਼ੁਰੂ ਕਰ ਲੈ ਬੰਦਾ, ਆਸਤਾ ਆਸਤਾ ਵਧਾਉਂਦਾ ਵਧਾਈ ਜਾਂਦਾ ਵਾ। ਉਮੀਦ ਹੈ ਕਿ ਸਾਡੇ ਨਾਜ਼ਰੀਨ ਨੂੰ ਤੁਹਾਡੀਆਂ ਗੱਲਾਂ ਪਸੰਦ ਆਣਗੀਆਂ। ਅਗਰ ਕੋਈ ਬੰਦਾ ਤੁਹਾਨੂੰ ਮਸ਼ਵਰੇ ਵਾਸਤੇ ਫੋਨ ਕਰੇ ਕਿ ਯਾਰ ਡੰਗਰ ਮੈਂ ਰੱਖਣਾ ਚਾਹੁੰਦਾ ਵਾਂ ਔਰ ਕਿਸ ਤਰ੍ਹਾਂ ਮੈਂ ਰੱਖਾਂ, ਹਾਂਜੀ, ਤੇ ਅਗਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੇ ਤਾਂ ਕੀ ਤੁਸੀਂ ਆਪਣਾ ਫੋਨ ਨੰਬਰ ਦੇ ਸਕਦੇ ਹੋ? ਬਿਲਕੁਲ ਦੇ ਸਕਦੇ ਜੀ, ਦਿਓ ਜ਼ਰਾ ਨੰਬਰ। 0343 43 4918 5218 677 677। ਨਵਾਜ਼ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਬੜੀ ਅਹਿਮ ਗੁਫ਼ਤਗੂ ਸਾਡੇ ਨਾਲ ਕੀਤੀ ਹੈ। ਅਸਲਾਮ ਅਲੈਕੁਮ, ਜਜ਼ਾਕੱਲਾ।